ਜੀ ਆਇਆਂ ਨੂੰ ਖੁਸ਼ਾਮਦੀਦ। ਤੁਸੀਂ ਤੇ ਤੁਹਾਡਾ ਪਰਿਵਾਰ ਹਰਦਮ ਰਹੇ ਸਿਹਤਯਾਬ। ਇਸੇ ਦੁਆ ਦੇ ਨਾਲ ਲੈ ਹਾਜ਼ਰ ਹਾਂ ਮੈਂ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਮੈਂ ਕਰਦਾ ਹਾਂ ਚਰਚਾ ਵੱਖ-ਵੱਖ ਡਾਕਟਰਸ ਦੇ ਨਾਲ। ਤੇ ਅੱਜ ਅਸੀਂ ਜੋੜਾਂ ਤੇ ਹੱਡੀਆਂ ਸੰਬੰਧਿਤ ਬਿਮਾਰੀਆਂ ਬਾਰੇ ਕਰਾਂਗੇ ਚਰਚਾ। ਤੇ ਸਾਡੇ ਨਾਲ ਸੁਹਾਨਾ ਹਸਪੀਟਲ ਮੋਹਾਲੀ ਤੋਂ ਨੇ ਡਾਕਟਰ ਗਗਨਦੀਪ ਸਚਦੇਵਾ, ਡਾਇਰੈਕਟਰ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ, ਅਤੇ ਡਾਕਟਰ ਅੰਕੁਸ਼ ਚੁਗ, ਐਸੋਸੀਏਟ ਕੰਸਲਟੈਂਟ ਸਪੋਰਟਸ ਮੈਡੀਸਨ ਅਤੇ ਟਰਾਮਾ ਸਪੈਸ਼ਲਿਸਟ। ਤੁਹਾਡਾ ਦੋਵਾਂ ਦਾ ਜੀ ਦਿਲੋਂ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਨਿਖਿਲ ਜੀ। ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਆਪਣੇ ਇੱਥੇ ਚੈਨਲ ਤੇ ਆਉਣ ਦਾ, ਤੇ ਆ ਕੇ ਆਪਣੇ ਦਰਸ਼ਕਾਂ ਨੂੰ ਅਸੀਂ ਆਰਥੋਪੈਡਿਕਸ ਜਾਂ ਜੁਆਇੰਟ ਰਿਪਲੇਸਮੈਂਟ ਜਾਂ ਸਪੋਰਟਸ ਮੈਡੀਸਨ ਰਿਲੇਟਡ ਜੋ ਵੀ ਉਹਨਾਂ ਦੇ ਮਨਾਂ 'ਚ ਕੁਝ ਕੁਐਸਚਨਸ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਅਸੀਂ ਆਨਸਰ ਦੇ ਸਕੀਏ, ਵੱਧ ਤੋਂ ਵੱਧ ਅਸੀਂ ਉਹਨਾਂ ਦੇ ਡਾਊਟਸ ਜਿਹੜੇ ਕਲੀਅਰ ਕਰ ਸਕੀਏ। ਸਰ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਕਿ ਡਾਇਰੈਕਟਰ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ, ਇਹ ਜੁਆਇੰਟ ਰਿਪਲੇਸਮੈਂਟ ਦੀ ਜੇ ਗੱਲ ਕਰੀਏ ਤਾਂ ਜੁਆਇੰਟ ਰਿਪਲੇਸਮੈਂਟ ਤੋਂ ਭਾਵ ਕੀ ਹੈ? ਜੁਆਇੰਟ ਰਿਪਲੇਸਮੈਂਟ ਤੋਂ ਵੈਰੀ ਸਿੰਪਲ ਭਾਵ ਇਹ ਹੈ ਕਿ ਜੋੜ ਦਾ ਚੇਂਜ ਹੋਣਾ ਜਾਂ ਜੋੜ ਬਦਲਣਾ। ਜੁਆਇੰਟ ਰਿਪਲੇਸਮੈਂਟ ਨੂੰ ਅਸੀਂ ਜੁਆਇੰਟ TKR ਜਾਂ ਜੁਆਇੰਟ ਰੀਸਰਫੇਸਿੰਗ ਵੀ ਕਹਿੰਦੇ ਹਾਂ। ਨੀ ਰਿਪਲੇਸਮੈਂਟ ਔਰ ਨੀ ਰੀਸਰਫੇਸਿੰਗ ਵਰਡ ਜਿਹੜਾ ਕਿ ਬਹੁਤ ਕਾਮਨਲੀ ਯੂਜ਼ ਹੁੰਦਾ ਹੈ। ਅਸੀਂ ਯੂਜਲੀ ਜੁਆਇੰਟ ਨੂੰ ਚੇਂਜ ਨਹੀਂ ਕਰਦੇ ਹਾਂ। ਇੱਥੇ ਇੱਕ ਮੈਂ ਛੋਟੀ ਜਿਹੀ ਮਿਸਕਨਸੈਪਸ਼ਨ ਕਲੀਅਰ ਕਰਨਾ ਚਾਹੁੰਦਾ ਕਿ ਇਹ ਜੁਆਇੰਟ ਰਿਪਲੇਸਮੈਂਟ ਇੱਕ ਮਿਸਨੋਮਰ ਹੈ। ਇਹਦੀ ਜਗ੍ਹਾ ਅਸੀਂ ਜੁਆਇੰਟ ਰੀਸਰਫੇਸਿੰਗ ਵਰਡ ਯੂਜ਼ ਕਰਦੇ ਹਾਂ। ਜਿਹੜੀਆਂ ਜੁਆਇੰਟਸ ਹੁੰਦੇ ਨੇ ਉਹ ਜਿਵੇਂ ਜਿਵੇਂ ਏਜ ਨਾਲ ਘਸਦੇ ਹੈ, ਆਪਣੇ ਜੋੜ ਘਸ ਜਾਂਦੇ ਨੇ, ਜਿਵੇਂ ਆਪਣੇ ਬਾਲ ਚਿੱਟੇ ਹੋ ਜਾਂਦੇ ਹੈ, ਅੱਖਾਂ 'ਚ ਮੋਤੀਆ ਆ ਜਾਂਦਾ ਹੈ, ਇਸੇ ਤਰ੍ਹਾਂ ਆਪਣੇ ਜਿਹੜੇ ਜੁਆਇੰਟਸ ਵੀ ਹੈ ਉਹ ਘਸ ਜਾਂਦੇ ਨੇ। ਜਦ ਜੁਆਇੰਟ ਘਸ ਜਾਂਦੇ ਆ, ਜਿਹੜੇ ਬੋਨੀ ਐਂਡਸ ਜਾਂ ਜਿਹੜੇ ਜੁਆਇੰਟਸ ਹੁੰਦੇ ਹਨ, ਜਦੋਂ ਘਸ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਰਗੜ ਖਾਂਦੇ ਨੇ ਅਤੇ ਉਹ ਪੇਸ਼ੈਂਟ ਨੂੰ ਦਰਦ ਹੁੰਦਾ ਹੈ, ਜਿਹਨੂੰ ਅਸੀਂ ਇੱਕ ਆਰਥਰਾਈਟਿਸ ਕਹਿੰਦੇ ਹਾਂ। ਜਦੋਂ ਇਹ ਆਰਥਰਾਈਟਿਸ ਹੋ ਜਾਂਦਾ ਪੇਸ਼ੈਂਟ ਨੂੰ, ਫਿਰ ਅਸੀਂ ਉਹ ਜੁਆਇੰਟ ਰਿਪਲੇਸ ਕਰ ਦਿੰਦੇ ਹਾਂ। ਦੈਟ ਇਜ਼ ਕਾਲਡ ਜੁਆਇੰਟ ਰਿਪਲੇਸਮੈਂਟ ਔਰ ਜੁਆਇੰਟ ਰੀਸਰਫੇਸਿੰਗ, ਜਿਹਦੇ 'ਚ ਅਸੀਂ ਉਹਨਾਂ ਦੇ ਸਰਫੇਸ ਨੂੰ ਕੈਪ ਕਰ ਦਿੰਦੇ ਹਾਂ ਅਤੇ ਅਸੀਂ ਰੀਸਰਫੇਸ ਕਰ ਦਿੰਦੇ ਹਾਂ। ਤੁਸੀਂ ਇਸ ਤਰ੍ਹਾਂ ਜੇ ਇੱਥੇ ਦੇਖੋਗੇ ਇਸ ਮਾਡਲ 'ਤੇ ਮੈਂ ਦਿਖਾਉਣਾ ਚਾਹੁੰਦਾ ਕਿ ਆਹ ਇਹ ਦੋ ਬੋਨੀ ਐਂਡਸ ਹੈ ਜਿਹੜੇ ਕਿ ਇੱਕ ਜੁਆਇੰਟ ਬਣਾਉਂਦੇ ਨੇ। ਇਹ ਜੁਆਇੰਟ ਦੇ ਜਿਹੜੇ ਐਂਡਸ ਹੈ ਜਦੋਂ ਇਹ ਆਪਸ 'ਚ ਘਸਦੇ ਨੇ, ਫਿਰ ਅਸੀਂ ਇਹਨਾਂ ਨੂੰ ਘਸਣ ਵਾਲੇ ਐਂਡਸ ਨੂੰ ਠੀਕ ਕਰਕੇ ਕੈਪਸ ਲਗਾ ਦਿੰਦੇ ਹਾਂ ਔਰ ਰੀਸਰਫੇਸ ਕਰ ਦਿੰਦੇ ਹਾਂ। ਸੋ ਦਿਸ ਇਜ਼ ਕਾਲਡ ਰੀਸਰਫੇਸਿੰਗ। ਇਹਦੇ ਸਰ ਤੁਸੀਂ ਆਰਥਰਾਈਟਿਸ ਦਾ ਜ਼ਿਕਰ ਕਰ ਰਹੇ ਸੀ, ਇਹਦੇ ਬਾਰੇ ਕਿਉਂਕਿ ਇਹ ਸਮੱਸਿਆ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਬਹੁਤ ਸਾਰੀ ਵੇਖਣ ਨੂੰ ਮਿਲ ਰਹੀ ਹੈ। ਆਰਥਰਾਈਟਿਸ ਬਾਰੇ ਥੋੜ੍ਹੀ ਵਿਸਤਾਰਪੂਰਵਕ ਜਾਣਕਾਰੀ ਚਾਹਾਂਗੇ ਤੁਹਾਡੇ ਤੋਂ। ਆਰਥਰਾਈਟਿਸ ਅਸੀਂ ਜਿਹਨੂੰ ਕਿ ਆਸਟੋਆਰਥਰਾਈਟਿਸ ਕਹਿੰਦੇ ਹਾਂ ਮੋਸਟ ਕਾਮਨਲੀ, ਇੱਕ ਏਜ ਰਿਲੇਟਡ ਬਿਮਾਰੀ ਹੈ। ਦਿਸ ਇਜ਼ ਐਨ ਏਜ ਰਿਲੇਟਡ ਡਿਸਆਰਡਰ ਔਰ ਇਹ ਹਰ ਇਨਸਾਨ ਦੇ ਵਿੱਚ ਇਹ ਹੋਣਾ ਹੀ ਹੋਣਾ ਹੈ। ਕਿਸੇ ਨੂੰ ਇਹ ਯੰਗ ਏਜ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਕਿਸੇ ਨੂੰ ਕਾਫੀ ਓਲਡ ਏਜ 'ਚ ਜਾ ਕੇ ਸ਼ੁਰੂ ਹੁੰਦਾ ਹੈ। ਇਸ ਦਾ ਦੂਸਰਾ ਨਾਮ ਅਸੀਂ ਡੀਜਨਰੇਟਿਵ ਜੁਆਇੰਟ ਡਿਸਆਰਡਰ ਕਹਿੰਦੇ ਹਾਂ। ਕੋਈ ਵੀ ਜੁਆਇੰਟ, ਚਾਹੇ ਉਹ ਫਿੰਗਰ ਦਾ ਜੁਆਇੰਟ ਹੈ, ਨੀ ਜੁਆਇੰਟ ਹੈ, ਹਿਪ ਜੁਆਇੰਟ ਹੈ, ਸ਼ੋਲਡਰ ਜੁਆਇੰਟ ਹੈ, ਦੀਜ਼ ਆਰ ਦੀ ਮੋਸਟ ਕਾਮਨ ਜੁਆਇੰਟਸ ਜਿਹੜੇ ਕਿ ਇਹ ਡੀਜਨਰੇਟ ਕਰਦੇ ਹਨ। ਇਹ ਜਦੋਂ ਡੀਜਨਰੇਟ ਕਰਦੇ ਹਨ ਅਤੇ ਇਹਨਾਂ ਨੂੰ ਅਸੀਂ ਆਸਟੋਆਰਥਰਾਈਟਿਸ ਕਹਿੰਦੇ ਹਾਂ। ਅਤੇ ਜਿਹੜਾ ਇਹ ਆਰਥਰਾਈਟਿਸ ਹੈ ਇਹਦਾ ਟਰੀਟਮੈਂਟ ਵੱਖਰਾ ਟਰੀਟਮੈਂਟ ਵੱਖਰੀ ਸਟੇਜ 'ਤੇ ਕੀਤਾ ਜਾਂਦਾ ਹੈ। ਅਸੀਂ ਉਸ ਅਕੋਰਡਿੰਗਲੀ ਡਿਸਾਈਡ ਕਰਦੇ ਹਾਂ ਕਿ ਆਰਥਰਾਈਟਿਸ ਦਾ ਅਸੀਂ ਇਲਾਜ ਕਿਵੇਂ ਕਰਨਾ ਹੈ। ਡਾਕਟਰ ਚੁਗ, ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ ਕਿ ਜੇ ਅਸੀਂ ਸਪੋਰਟਸ ਦੀ ਗੱਲ ਕਰਦੇ ਹਾਂ ਅਤੇ ਸਾਡੇ ਸਾਹਮਣੇ ਇੰਜਰੀਜ਼ ਦੀ ਗੱਲ ਵੀ ਆਉਂਦੀ ਹੈ, ਪਰ ਸਪੋਰਟਸ ਮੈਡੀਸਿਨ ਜਿਹੜੀ ਹੈ ਉਹ ਇੰਜਰੀਜ਼ ਦੇ ਉਪਚਾਰ ਲਈ ਕਿਸ ਹੱਦ ਤੱਕ ਲਾਹੇਵੰਦ ਹੁੰਦੀ ਹੈ? थैंक यू निखिल जी। मैं बेसिकली दसना चाहना कि स्पोर्ट्स मेडिसिन जी है वो ऑर्थोपेडिक की स्पेशलाइजेशन है, जिसमें हम स्पोर्ट्स से रिलेटेड इंजरीज़ को डील करते हैं। जो स्पोर्ट्स इंजरीज़ हैं वो किसी भी स्पोर्ट में हो सकती है, एंड जो नेचर ऑफ इंजरी है ये डिपेंड करता है कि हम कौन सा स्पोर्ट खेल रहे हैं। इन केस किसी को स्पोर्ट्स इंजरी हो रही है, उसको हम या तो कंजर्वेटिवली मैनेज कर सकते हैं या फिर हम उसके लिए सर्जरी प्लान कर सकते हैं। और जो सर्जरी हम प्लान करते हैं वो बेसिकली की होल या आर्थ्रोस्कोपिक सर्जरी होती है। ਸਾਡੇ ਦੇਸ਼ ਦੇ ਵਿੱਚ ਅਕਸਰ ਲੋਕ ਜਿਹੜਾ ਹੈ ਉਹ ਜੁਆਇੰਟ ਰਿਪਲੇਸਮੈਂਟ ਦੀ ਗੱਲ ਕਰੀਏ, ਹਿਪ ਰਿਪਲੇਸਮੈਂਟ ਹੋਵੇ, ਉਹ ਬਾਹਰ ਵਿਦੇਸ਼ਾਂ ਦਾ ਰੁਖ ਕਰਦੇ ਨੇ। ਪਰ ਹੁਣ ਜੇ ਅਸੀਂ ਕਹੀਏ ਤਾਂ ਮੌਜੂਦਾ ਸਥਿਤੀ ਦੇ ਵਿੱਚ ਕਿੰਨੀ ਐਡਵਾਂਸਮੈਂਟ ਇਸ ਵਿੱਚ ਹੋ ਗਈ ਹੈ, ਅਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਇੱਥੇ ਟਰੀਟਮੈਂਟ ਦੇ ਹਵਾਲੇ ਨਾਲ ਕੀ ਕੁਝ ਨਵੀਂ ਐਡਵਾਂਸਮੈਂਟ ਸਾਨੂੰ ਵੇਖਣ ਨੂੰ ਮਿਲੀ ਹੈ? ਦੇਖੋ ਨਿਖਿਲ ਜੀ, ਗੱਲ ਇਸ ਤਰ੍ਹਾਂ ਹੈ ਕਿ ਅੱਜ ਤੋਂ ਜੇ ਆਪਾਂ 2 ਦਸ਼ਕ ਪਹਿਲਾਂ ਗੱਲ ਕਰੀਏ ਤਾਂ ਨੀ ਰਿਪਲੇਸਮੈਂਟ ਜਾਂ ਜੁਆਇੰਟ ਰਿਪਲੇਸਮੈਂਟ ਸਰਜਰੀ ਬਹੁਤ ਹੀ ਇੱਕ ਨੇਸੈਂਟ ਸਟੇਜ 'ਤੇ ਸੀ। ਸਾਡੇ ਹਿੰਦੁਸਤਾਨ ਦੇ ਵਿੱਚ ਇਹ ਲੇਟ 80s ਦੇ ਵਿੱਚ ਜਿਹੜਾ ਹੈ ਜੁਆਇੰਟ ਰਿਪਲੇਸਮੈਂਟ ਸਰਜਰੀ ਜਿਹੜੀ ਹੈ ਉਹ ਡਿਵੈਲਪ ਹੋਈ ਹੈ, ਜਦ ਕਿ ਦੇਸ਼ਾਂ ਵਿਦੇਸ਼ਾਂ 'ਚ ਉਸ ਤੋਂ ਪਹਿਲਾਂ ਵੀ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਸੀ। ਬਟ ਪਿਛਲੇ 20-30 ਈਅਰਸ ਦੇ ਵਿੱਚ ਇਸ ਵਿੱਚ ਇੰਨੀ ਕੁ ਜ਼ਿਆਦਾ ਡਿਵੈਲਪਮੈਂਟ ਹੋ ਗਈ ਹੈ ਰਿਪਲੇਸਮੈਂਟ ਸਰਜਰੀ ਦੇ ਵਿੱਚ ਕਿ ਵੀ ਆਰ ਨਾਓ ਐਟ ਪਾਰ ਵਿਥ ਵਟ ਅਦਰ ਵੈਸਟਰਨ ਵਰਲਡ ਇਜ਼ ਡੂਇੰਗ।
ਜੋ ਵੀ ਅਮਰੀਕਾ, US, ਆਸਟ੍ਰੇਲੀਆ 'ਚ ਜਾਂ ਇੰਗਲੈਂਡ ਜਾਂ ਹੋਰ ਵੀ ਜਿਹੜੇ ਡਿਵੈਲਪਡ ਕੰਟਰੀਜ਼ ਨੇ, ਉਹਨਾਂ ਵਿੱਚ ਜਿਸ ਲੈਵਲ ਦੀ ਇਹ ਸਰਜਰੀ ਹੁੰਦੀ ਹੈ, ਜਿਸ ਤਰ੍ਹਾਂ ਇਹ ਸਰਜਰੀ ਕੀਤੀ ਜਾਂਦੀ ਹੈ, ਜਾਂ ਜਿਸ ਤਰ੍ਹਾਂ ਦੇ ਇੰਪਲਾਂਟਸ ਉੱਥੇ ਯੂਜ਼ ਕੀਤੇ ਜਾਂਦੇ ਹਨ, ਆਈ ਥਿੰਕ ਇਟ ਇਜ਼ ਵੀ ਆਰ ਐਟ ਪਾਰ। ਆਲਮੋਸਟ 100% ਅਸੀਂ ਤਾਂ 99% ਅਸੀਂ ਉਹੀ ਚੀਜ਼ਾਂ ਰੈਪਲੀਕਾ ਇੱਥੇ ਕਰ ਰਹੇ ਹਾਂ। ਰਾਦਰ ਜਿਹੜੇ ਸਾਡੇ ਹਿੰਦੁਸਤਾਨ ਦੇ ਜਾਂ ਇੰਡੀਆ ਦੇ ਜਿਹੜੇ ਸਰਜਨਸ ਨੇ, ਜਾਂ ਉਹਨਾਂ ਦੀ ਜਿਹੜੀਆਂ ਟੀਮਸ ਹੈ ਜਿਹੜੀਆਂ ਸਾਡੀਆਂ ਇੱਥੇ, ਉਹ ਸ਼ਾਇਦ ਵੈਸਟਰਨ ਵਰਲਡ ਤੋਂ ਆਈ ਥਿੰਕ ਬੈਟਰ ਐਕਸਪੀਰੀਅੰਸਡ ਨੇ, ਜਾਂ ਉਹਨਾਂ ਦੀ ਨੰਬਰ ਆਫ ਸਰਜਰੀਜ਼ ਜਿਹੜੀਆਂ ਨੇ ਇੱਥੇ ਜ਼ਿਆਦਾ ਹੋਣ ਕਰਕੇ, ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ, ਉਹਨਾਂ ਦੇ ਰਿਜ਼ਲਟਸ ਜਿਹੜੇ ਹੈ ਉਹ ਵੈਸਟਰਨ ਵਰਲਡ ਤੋਂ ਵੀ ਬੈਟਰ ਨੇ। ਮੇਰੇ ਐਕਸਪੀਰੀਅੰਸ ਦੇ ਅਨੁਸਾਰ, ਜਾਂ ਮੈਂ ਆਪਣਾ ਜੋ ਤੁਹਾਨੂੰ ਦੱਸ ਸਕਦਾ ਕਿ ਅੱਜ ਦੀ ਡੇਟ 'ਤੇ ਬਾਹਰੋਂ ਲੋਕ ਸਰਜਰੀ ਕਰਾਉਣ ਲਈ ਇੰਡੀਆ 'ਚ ਆਉਂਦੇ ਨੇ। ਰਾਦਰ ਪੰਜਾਬ ਦੇ ਵਿੱਚ ਆਪਣੇ ਇਹ ਬਹੁਤ ਜ਼ਿਆਦਾ ਕਾਮਨ ਹੈ ਕਿ ਅਸੀਂ ਦੇਖਦੇ ਹਾਂ ਕਿ US, ਕੈਨੇਡਾ ਤੋਂ ਲੋਕ ਸਾਡੇ ਕੋਲੋਂ ਡੇਟਸ ਲੈਂਦੇ, ਅਪਾਇੰਟਮੈਂਟਸ ਲੈਂਦੇ ਨੇ, ਅਤੇ ਜਦੋਂ ਉਹਨਾਂ ਨੇ ਟਾਈਮ ਹੁੰਦਾ ਵਕੇਸ਼ਨ ਦਾ, ਜਦੋਂ ਆਉਣਾ ਹੁੰਦਾ ਤੇ ਆਪਣੀ ਉਹ ਸਰਜਰੀ ਜਿਹੜੀਆਂ ਇੱਥੇ ਬੁੱਕ ਕਰਾ ਕੇ ਸਾਡੇ ਕੋਲੋਂ ਕਰਵਾ ਕੇ ਜਾਂਦੇ ਨੇ। ਬਿਲਕੁਲ ਸਰ, ਤੁਸੀਂ ਸਕਸੈਸਫੁਲੀ ਜੋ ਸਰਜਰੀਜ਼ ਕਰ ਰਹੇ ਹੋ, ਮੈਨੂੰ ਲੱਗਦਾ ਹੈ ਉਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਥੈਂਕ ਯੂ। ਕਿਉਂਕਿ ਮੈਨੂੰ ਲੱਗਦਾ ਕਿ ਆਮ ਜੋ ਵਿਊਅਰਸ ਨੇ ਸਾਡੇ, ਉਹ ਵੀ ਇਹ ਸੋਚ ਰਹੇ ਹੋਣਗੇ ਕਿ ਸਾਨੂੰ ਸਰਜਰੀ ਕਰਾਉਣ ਦੀ ਲੋੜ ਹੀ ਨਾ ਪਵੇ, ਤੇ ਉਸ ਤੋਂ ਬਚਾਵ ਕਿਵੇਂ ਕੀਤਾ ਜਾ ਸਕਦਾ? ਇਟਸ ਅ ਵੈਰੀ ਗੁੱਡ ਕੁਐਸਚਨ ਨਿਖਿਲ। ਤੁਸੀਂ ਪੁੱਛਿਆ ਹੈ ਕਿ ਵੀ ਸਰਜਰੀ ਤੋਂ ਬਚਾਅ ਕਿੱਦਾਂ ਕੀਤਾ ਜਾ ਸਕੇ। ਪਹਿਲਾਂ ਤਾਂ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਡਿਟੇਲ 'ਚ ਕਿ ਇਹ ਸਰਜਰੀ ਦੀ ਸਟੇਜ ਕੀ ਹੈ, ਕਦੋਂ ਇਹ ਸਰਜਰੀ ਦੀ ਜ਼ਰੂਰਤ ਪੈਂਦੀ ਹੈ। ਜਿਹੜਾ ਆਰਥਰਾਈਟਸ ਜਾਂ ਆਸਟੋਆਰਥਰਾਈਟਸ ਹੁੰਦੇ, ਇਹਦੀਆਂ 4 ਸਟੇਜਸ ਹੁੰਦੀਆਂ ਹਨ, ਸਟੇਜ 1 ਤੋਂ ਲੈ ਕੇ ਸਟੇਜ 4 ਤੱਕ। ਜੇ ਆਪਾਂ ਸਟੇਜ 4 'ਤੇ ਗੱਲ ਕਰੀਏ ਕਿ ਪੇਸ਼ੈਂਟ ਸਟੇਜ 4 'ਤੇ ਹੀ ਸਾਡੇ ਕੋਲ ਆਉਂਦਾ ਹੈ, ਜਿਹਦੇ ਵਿੱਚ ਉਹ ਗੋਡੇ ਉਹਨਾਂ ਦੇ ਬੈਂਡ ਹੋ ਚੁੱਕੇ ਹਨ, ਲੈਗਸ ਜਿਹੜੀਆਂ ਉਹਨਾਂ ਦੀ ਡਿਫਾਰਮਡ ਹੋ ਗਈਆਂ ਹਨ, ਵਜਨ ਨਹੀਂ ਆ ਰਿਹਾ ਉਹਨਾਂ ਤੋਂ, ਮੂਵਮੈਂਟ ਜਿਹੜੀ ਇੰਨੀ ਘਟ ਗਈ ਹੈ ਕਿ ਉਹ ਘਰ ਦੇ ਵਿੱਚ ਰਿਸਟ੍ਰਿਕਟਡ ਰਹਿ ਗਏ ਨੇ, ਜਾਂ ਪੇਸ਼ੈਂਟ ਬਹੁਤ ਹੀ ਜ਼ਿਆਦਾ ਪੇਨ ਤੋਂ ਪਰੇਸ਼ਾਨ ਹੈ ਕਿ ਹੀ ਹੈਵ ਟੂ ਟੇਕ ਐਵਰੀ ਡੇ ਅ ਪੇਨ ਕਿਲਰ 1 or 2। ਸੋ ਦੈਟ ਇਜ਼ ਦੀ ਇੰਡੀਕੇਸ਼ਨ ਕਿ ਸਾਨੂੰ ਸਰਜਰੀ ਜਿਹੜੀ ਹੈ ਉਹ ਕਰਨੀ ਹੀ ਪੈਣੀ ਹੈ। ਸੋ ਜੇ ਆਪਾਂ ਬਚਾਅ ਦੀ ਗੱਲ ਕਰੀਏ ਤਾਂ ਬਚਾਅ ਦਾ ਟਾਈਮ ਤਾਂ ਪਹਿਲਾਂ ਉਸ ਤੋਂ ਹੈ ਸਰਜਰੀ ਦਾ। ਸੋ ਉਹ ਬਚਾਅ ਕਰਨ ਲਈ ਸਾਡੇ ਕੋਲ ਕਾਫੀ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਕਿ ਜੇ ਪੇਸ਼ੈਂਟ ਸਾਡੇ ਕੋਲ ਸਟੇਜ 1 ਜਾਂ ਸਟੇਜ 2 'ਚ ਪਹੁੰਚਦਾ ਹੈ ਤਾਂ ਅਸੀਂ ਉਹਨਾਂ ਨੂੰ ਐਕਸਰਸਾਈਜ਼ਸ, ਵੇਟ ਲਾਸ, ਇੰਜੈਕਸ਼ਨਸ, ਫਿਜ਼ੀਕਲ ਥੈਰੇਪੀ, ਫਿਜ਼ੀਓਥੈਰੇਪੀ, ਇਲੈਕਟ੍ਰੋਥੈਰੇਪੀ, ਬਹੁਤ ਸਾਰੀਆਂ ਥੈਰੇਪੀਜ਼ ਜਾਂ ਬਹੁਤ ਸਾਰੇ ਐਸੀਆਂ ਟਰੀਟਮੈਂਟਸ ਹੈ ਕਿ ਜਿਹਦੇ ਨਾਲ ਅਸੀਂ ਪੇਸ਼ੈਂਟ ਦੀ ਨੀ ਰਿਪਲੇਸਮੈਂਟ ਦੀ ਸਰਜਰੀ ਨੂੰ ਬਚਾ ਸਕਦੇ ਹਾਂ, ਜਾਂ ਅਸੀਂ ਉਹ ਡਿਲੇ ਕਰ ਸਕਦੇ ਹਾਂ। ਸਟੇਜ 1 ਜਾਂ 2 ਤੋਂ ਸਟੇਜ 4 'ਚ ਜਾਣ ਲਈ ਅਸੀਂ ਪੇਸ਼ੈਂਟ ਨੂੰ ਕਾਫੀ ਸਮਾਂ ਪਾ ਸਕਦੇ ਹਾਂ, ਬਟ ਫॉर ਦੈਟ ਪੇਸ਼ੈਂਟ ਨੂੰ ਟਾਈਮ 'ਤੇ ਇੱਕ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਨਿਖਿਲ ਜੀ। ਜਦੋਂ ਸਰ ਮੈਂ ਇਸ ਬਾਰੇ ਪੜ੍ਹ ਰਿਹਾ ਸੀ ਤੇ ਇੱਕ ਟ੍ਰੀਟਮੈਂਟ ਦੀ ਟੈਕਨੀਕ ਜੋ ਆਈ ਉਹ PRP, ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਉਸ ਬਾਰੇ ਵੀ ਡਿਟੇਲ 'ਚ ਦੱਸੋ। ਜੇ ਆਪਾਂ ਗੱਲ ਕਰੀਏ ਕਿ ਆਪਾਂ ਸਰਜਰੀ ਤੋਂ ਬਚਾਅ ਕਰਨਾ ਚਾਹੁੰਦੇ ਹਾਂ, ਜੇ ਅਸੀਂ ਬਚਾਅ ਦੇ ਟਰੀਟਮੈਂਟਸ ਦੀ ਡਿਟੇਲ 'ਚ ਵਿਸਥਾਰ 'ਚ ਗੱਲ ਕਰੀਏ ਤਾਂ ਉਹਦੇ 'ਚ ਵਨ ਆਫ ਦੀ ਥੈਰੇਪੀ ਦੈਟ ਕਮਸ ਇਜ਼ PRP ਥੈਰੇਪੀ। ਅਸੀਂ ਸੋਹਾਣਾ ਹਸਪੀਟਲ ਦੇ ਵਿੱਚ ਬੜੀ ਰੂਟੀਨਲੀ ਇੱਕ ਇਨੋਵੇਟਿਵ ਥੈਰੇਪੀ ਯੂਜ਼ ਕਰ ਰਹੇ ਹਾਂ, ਵਿਚ ਇਜ਼ ਵੈਰੀ ਕਾਮਨ ਇਨ ਆਸਟ੍ਰੇਲੀਆ ਐਂਡ US, ਬਾਹਰਲੇ ਕੰਟਰੀਜ਼ 'ਚ ਬਹੁਤ ਰੂਟੀਨਲੀ ਯੂਜ਼ ਹੁੰਦੀ ਹੈ। ਇਹਦੇ ਵਿੱਚ ਅਸੀਂ ਪੇਸ਼ੈਂਟ ਦੇ ਆਪਣੇ ਹੀ ਬਲੱਡ ਦੇ ਵਿੱਚੋਂ ਗਰੋਥ ਫੈਕਟਰਸ ਵਗੈਰਾ ਅਸੀਂ ਉਹਨਾਂ ਨੂੰ ਸੈਪਰੇਟ ਕਰਕੇ ਸੈੱਲ ਸੈਪਰੇਟਰ ਨਾਲ ਉਹੀ ਉਹਨਾਂ ਦੇ ਨੀਜ਼ ਦੇ ਵਿੱਚ ਅਸੀਂ ਇੰਜੈਕਟ ਕਰ ਦਿੰਦੇ ਹਾਂ। ਜਦੋਂ ਅਸੀਂ ਉਹਨੂੰ ਨੀਚ ਇੰਜੈਕਟ ਕਰਦੇ ਹਾਂ ਤੇ ਉੱਥੇ ਜਿਹੜਾ ਕਾਰਟਿਲੇਜ ਹੈ ਜਾਂ ਗਰੀਸ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਖਤਮ ਹੋ ਚੁੱਕਾ ਹੈ, ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਰਿਪੀਟਿਡ PRP ਥੈਰੇਪੀਜ਼ ਦੇ ਨਾਲ ਉਹ ਕਾਰਟਿਲੇਜ ਡਿਵੈਲਪ ਹੋ ਜਾਂਦਾ ਹੈ ਤੇ ਉਹਦੀ ਸਰਜਰੀ ਜਿਹੜੀ ਆ ਉਹ ਬਚਾਈ ਜਾ ਸਕਦੀ ਹੈ। ਇਟ ਇਜ਼ ਏ ਵੈਰੀ ਲੇਟੈਸਟ ਟੈਕਨੋਲੋਜੀ ਇਨ ਪ੍ਰੀਵੈਂਟਿਵ ਮੈਜਰਸ ਆਫ ਆਸਟੋਆਰਥਰਾਈਟਿਸ, ਔਰ ਸਰਜਰੀ ਤੋਂ ਬਚਾਉਣ ਲਈ ਇੱਕ ਤਰੀਕਾ ਹੈ ਐਂਡ ਵੀ ਆਰ ਯੂਜ਼ਿੰਗ ਇਨ ਰੂਟੀਨ। ਬਿਲਕੁਲ ਡਾਕਟਰ ਸਾਹਿਬ, ਇੱਥੇ ਇਹ ਵੀ ਜਾਣਨਾ ਚਾਹਾਂਗਾ ਕਿ ਯੰਗ ਪੇਸ਼ੈਂਟਸ ਨੇ ਜੋ, ਉਹਨਾਂ ਦੇ ਵਿੱਚ ਇਹ ਪ੍ਰੋਬਲਮ ਨਾ ਆਵੇ ਤੇ ਸਰਜਰੀ ਉਹਨਾਂ ਨੂੰ ਕਰਾਉਣ ਦੀ ਲੋੜ ਨਾ ਪਵੇ, ਤੇ ਉਹ ਕਿਹੜੀਆਂ ਗੱਲਾਂ ਦਾ ਧਿਆਨ ਕਰਨ? ਨਿਖਿਲ ਜੀ, ਇਸ ਤਰ੍ਹਾਂ ਹੈ ਕਿ ਵੀ ਅਸੀਂ ਅੱਜ ਕੱਲ੍ਹ ਜੋ ਦੇਖ ਰਹੇ ਹਾਂ ਕਿ ਜਿਹੜਾ ਆਰਥਰਾਈਟਿਸ ਹੈ ਜਾਂ ਜੁਆਇੰਟ ਦੀ ਡੀਜਨਰੇਸ਼ਨ ਹੈ, ਉਹ ਬਹੁਤ ਯੰਗ ਪੇਸ਼ੈਂਟਸ 'ਚ ਵੀ ਆ ਰਹੀ ਹੈ, ਯੰਗ ਲੋਕਾਂ ਨੂੰ ਵੀ ਆ ਰਹੀ ਹੈ। ਸਾਡੇ ਕੋਲ 35 ਸਾਲ, 30 ਸਾਲ, 28 ਸਾਲ, 40 ਸਾਲ ਦੇ ਲੋਕ ਵੀ ਆ ਰਹੇ ਹਨ ਜਿਨ੍ਹਾਂ ਦੇ ਜੁਆਇੰਟ ਡੈਮੇਜ ਹੋ ਚੁੱਕੇ ਹਨ ਤੇ ਜਿਹੜੇ ਸਰਜਰੀ ਦੇ ਕੈਂਡੀਡੇਟ ਬਣੇ ਹੋਏ ਹਨ। ਬਟ ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਵੀ ਆਪਾਂ ਨੂੰ ਥੋੜ੍ਹਾ ਜਿਹਾ ਯੰਗ ਏਜ ਤੋਂ ਹੀ ਇਸ ਚੀਜ਼ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਇਹ ਨੌਬਤ ਜਾਂ ਸਾਡੀ ਸਟੇਜ ਨਾ ਆਏ। ਇਹਦੀਆਂ ਵਾਸਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਾਨੂੰ ਸਾਡੀ ਡਾਇਟ, ਫਸਟ ਆਫ ਆਲ ਡਾਇਟ ਅੱਜ ਦੀ ਡੇਟ 'ਤੇ ਵੀ ਆਰ ਫੋਲੋਇੰਗ ਵੈਸਟਰਨ ਵਰਲਡ। ਅਸੀਂ ਹਰ ਤਰ੍ਹਾਂ ਦੀ ਨੋਟੋਰੀਅਸ ਡਾਇਟ, ਹਰ ਤਰ੍ਹਾਂ ਦੀ ਫਾਸਟ ਫੂਡ ਤੇ ਉਹ ਡਾਇਟਸ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਜਾ ਕੇ ਆਪਾਂ ਨੈਚੁਰਲ ਡਾਇਟ 'ਤੇ। ਸੋ ਫਸਟ ਇਜ਼ ਡਾਇਟ, ਸਾਨੂੰ ਜਿਹੜੀ ਰੋਟੀ ਪਾਣੀ ਹੈ, ਡਾਇਟ ਹੈ, ਸਾਨੂੰ ਨੈਚੁਰਲ ਡਾਇਟ 'ਤੇ ਘਰ ਦੇ ਖਾਣੇ 'ਤੇ ਹੀ ਥੋੜ੍ਹਾ ਧਿਆਨ ਦੇਣਾ ਚਾਹੀਦਾ।
ਸੈਕੰਡਲੀ ਓਬੈਸਿਟੀ ਇਜ਼ ਵੈਰੀ ਕਾਮਨ ਕਾਜ਼। ਅੱਜ ਕੱਲ੍ਹ ਮੋਟਾਪੇ ਕਰਕੇ ਜਿਹੜੇ ਪੇਸ਼ੈਂਟਸ ਨੇ, ਜਿਹੜੇ ਲੋਕ ਨੇ, ਉਹਨਾਂ ਦੇ ਜਿਹੜੇ ਜੁਆਇੰਟਸ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੇ ਹਨ, ਕਿਉਂਕਿ ਮੋਟਾਪੇ ਨਾਲ ਸਾਰਾ weight ਤੁਹਾਡਾ ਹਿਪ, ਨੀ ਔਰ ਐਂਕਲ ਜੁਆਇੰਟਸ 'ਤੇ ਆਉਂਦਾ ਹੈ, ਅਤੇ ਉਹਦੇ 'ਚ ਨੀ ਜੁਆਇੰਟ ਜਿਹੜਾ ਸਭ ਤੋਂ ਕਾਮਨਲੀ ਉਹ ਡੈਮੇਜ ਹੋ ਜਾਂਦਾ ਹੈ ਬਿਕੋਜ਼ ਆਫ ਓਵਰਵੇਟ। ਸੈਕਿੰਡ ਥਰਡ ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਇੰਜਰੀਜ਼ ਦੀ ਗੱਲ ਕੀਤੀ, ਤਾਂ ਅਗੇਨ ਟ੍ਰੈਡਮਿਲ ਇੰਜਰੀ, ਜਿਮ ਇੰਜਰੀ, ਸਪੋਰਟਸ ਇੰਜਰੀਜ਼, ਹੋਰ ਤਰ੍ਹਾਂ ਦੀ ਕਈ ਤਰ੍ਹਾਂ ਦੀ ਜਿਹੜੀ ਇੰਜਰੀਜ਼ ਨੇ ਜਿਹੜੀਆਂ ਜੁਆਇੰਟਸ 'ਤੇ ਆਉਂਦੀਆਂ ਨੇ, ਉਹਦੇ ਕਰਕੇ ਉਹ ਪੇਸ਼ੈਂਟ ਨੂੰ ਸੈਕੰਡਰੀ ਆਰਥਰਾਈਟਿਸ ਲੇਟਰ ਔਨ ਡਿਵੈਲਪ ਹੋ ਜਾਂਦਾ ਹੈ ਅਤੇ ਸਾਨੂੰ ਸਰਜਰੀ ਕਰਨੀ ਪੈਂਦੀ ਹੈ। ਨੈਕਸਟ ਕਮਸ ਦੀ ਰੋਲ ਆਫ ਕੈਲਸ਼ੀਅਮ, ਵਿਟਾਮਿਨ ਡੀ ਐਂਡ ਅਦਰ ਸਪਲੀਮੈਂਟਸ ਜਾਂ ਡੈਫੀਸ਼ੀਐਂਸੀਜ਼ ਜਿਹੜੀਆਂ ਸਾਡੀ ਬਾਡੀ ਵਿੱਚ ਹੁੰਦੀਆਂ ਨੇ, ਉਹਦੇ ਕਰਕੇ ਵੀ ਸਾਨੂੰ ਜਿਹੜਾ ਹੈਗਾ ਜੁਆਇੰਟਸ ਦਾ ਪ੍ਰੋਬਲਮ ਆ ਜਾਂਦੀ ਹੈ। ਸੋ ਸਾਨੂੰ ਬੇਸਿਕਲੀ ਕੀ ਹੈ ਕਿ ਜੇ ਅਸੀਂ ਰੈਗੂਲਰ ਆਪਣਾ ਚੈੱਕਅਪ ਕਰਾਉਂਦੇ ਰਹੀਏ ਟਾਈਮ ਟੂ ਟਾਈਮ, ਜਾਂ ਸਾਨੂੰ ਜਦੋਂ ਹੀ ਕੋਈ ਜੁਆਇੰਟ ਪੇਨ ਸ਼ੁਰੂ ਹੁੰਦੀ ਹੈ ਜਾਂ ਸਾਨੂੰ ਤਕਲੀਫ ਲੱਗਦੀ ਹੈ, ਇਮੀਡੀਏਟਲੀ ਅਸੀਂ ਆਪਣੇ ਆਰਥੋਪੈਡਿਕ ਸਰਜਨ ਜਾਂ ਆਪਣੇ ਫਿਜ਼ੀਸ਼ੀਅਨ ਨੂੰ ਕੰਸਲਟ ਕਰੀਏ ਅਤੇ ਉਹਦੀ ਆਪਾਂ ਟਰੀਟਮੈਂਟ ਕਰਾਈਏ। ਡਾਕਟਰ ਅੰਕੁਸ਼, ਇੱਥੇ ਡਾਕਟਰ ਗਗਨਦੀਪ ਨੇ ਜਿਵੇਂ ਹੁਣੇ ਕਿਹਾ ਕਿ ਟ੍ਰੈਡਮਿਲ ਦਾ ਉਹ ਜ਼ਿਕਰ ਕਰ ਰਹੇ ਸੀ, ਇਹਦੇ ਬਾਰੇ ਚਾਹਾਂਗੇ ਸਪੋਰਟਸ ਇੰਜਰੀਜ਼ ਦਾ ਵੀ ਉਹ ਕਹਿ ਰਹੇ ਸੀ, ਤੁਹਾਡੇ ਤੋਂ ਥੋੜ੍ਹਾ ਹੋਰ ਵਿਸਤਾਰਪੂਰਵਕ ਇਸ ਬਾਰੇ ਜਾਣਕਾਰੀ ਚਾਹਾਂਗੇ। ਹਾਂਜੀ ਨਿਖਿਲ ਜੀ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਟ੍ਰੈਡਮਿਲ ਜਿਹੜੀ ਹੈ ਉਹ ਇੱਕ ਵਰਸਟ ਟਾਈਪ ਆਫ ਐਕਸਰਸਾਈਜ਼ ਹੈ, ਜਿਸ 'ਚ ਕੀ ਹੈ ਕਿ ਜੋ ਗਰਾਊਂਡ ਹੈ ਉਹ ਮੂਵ ਕਰ ਰਿਹਾ ਹੈ ਅਤੇ ਜੋ ਪਰਸਨ ਹੈ ਉਹ ਸਿਰਫ ਖੜਾ ਹੋਇਆ ਹੈ ਐਂਡ ਹੀ ਇਜ਼ ਟਰਾਈਂਗ ਕਿ ਮੈਂ ਗਿਰ ਨਾ ਜਾਵਾਂ ਉਸ ਤੋਂ ਬਾਅਦ। ਅਤੇ ਟ੍ਰੈਡਮਿਲ ਦੇ ਜਦੋਂ ਆਪਾਂ ਵਾਕ ਕਰੀਦਾ ਜਾਂ ਰਨਿੰਗ ਕਰੀਦੀ ਹੈ, ਇਸ ਦੇ ਵਿੱਚ ਬੇਸਿਕਲੀ ਜੋ ਨੀ ਦੇ ਜੁਆਇੰਟ ਦੇ ਉੱਤੇ ਫੋਰਸਿਸ ਆ ਰਹੀਆਂ ਨੇ, ਆ ਕਈ ਗੁਣਾ ਜ਼ਿਆਦਾ ਨੇ ਕੰਪੇਅਰ ਟੂ ਜਦੋਂ ਆਪਾਂ ਵਾਕ ਕਰੀਦੀ ਹੈ ਨੋਰਮਲ ਗਰਾਊਂਡ ਦੇ ਉੱਤੇ। ਸੋ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਕਿ ਆਪਾਂ ਟ੍ਰੈਡਮਿਲ ਦੀ ਜਗ੍ਹਾ 'ਤੇ ਸੌਫਟ ਗਰਾਊਂਡ, ਸੌਫਟ ਸਰਫੇਸ ਗਰਾਊਂਡ 'ਚ ਜਾ ਕੇ ਰਨਿੰਗ ਜਾਂ ਵਾਕ ਕਰੀਏ ਜੇ ਆਪਾਂ ਕਰਨਾ ਚਾਹੁੰਦੇ ਹਾਂ। ਇੱਕ ਪ੍ਰੋਪਰ ਟ੍ਰੇਨਰ ਦੇ ਨਾਲ ਐਕਸਰਸਾਈਜ਼ ਕਰੀਏ ਤਾਂ ਕਿ ਆਪਣੇ ਜੁਆਇੰਟਸ ਨੂੰ ਅੱਗੇ ਆਪਾਂ ਪ੍ਰੀਵੈਂਟ ਕਰ ਸਕੀਏ, ਅੱਗੇ ਜਾ ਕੇ ਉਹ ਆਰਥਰਾਈਟਿਕ ਨਾ ਹੋਣ। ਅਤੇ ਡਾਕਟਰ ਸਾਹਿਬ, ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਬਹੁਤ ਸਾਰੀ ਸਰਜਰੀਜ਼ ਜਿਹੜੀਆਂ ਨੇ ਉਹ ਮਹੀਨੇ ਦੇ ਵਿੱਚ ਹੀ, ਮੈਨੂੰ ਲੱਗਦਾ ਹਫਤੇ 'ਚ ਬਹੁਤ ਸਾਰੀਆਂ ਕਰ ਦਿੰਦੇ ਹੋ, ਪਰ ਜੇ ਨੀ ਰਿਪਲੇਸਮੈਂਟ ਦੀ ਅਸੀਂ ਗੱਲ ਕਰੀਏ ਤਾਂ ਨੀ ਰਿਪਲੇਸਮੈਂਟ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬੜਾ ਡਰ ਬੈਠਾ ਹੋਇਆ ਹੈ ਕਿ ਇਹਦੇ 'ਚ ਬਹੁਤ ਦੇਰ ਹਸਪੀਟਲ ਰਹਿਣਾ ਪੈਂਦਾ ਜਾਂ ਵੈਸੇ ਹੀ ਬਹੁਤ ਡਰ ਹੈ, ਅਤੇ ਇਸ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਡਰਨ ਦੀ ਲੋੜ ਹੈ। ਦੇਖੋ, ਇਸ ਤਰ੍ਹਾਂ ਹੈ ਨਿਖਿਲ ਜੀ, ਵੀ ਜੇ ਆਪਾਂ ਗੱਲ ਕਰੀਏ ਨੀ ਰਿਪਲੇਸਮੈਂਟ ਸਰਜਰੀ ਦੀ, ਅੱਜ ਦੀ ਡੇਟ 'ਤੇ ਇਟ ਇਜ਼ ਨਾਟ ਅ ਬਿਗ ਡੀਲ, ਬਹੁਤ ਵੱਡੀ ਸਰਜਰੀ ਨਹੀਂ ਰਹਿ ਗਈ ਹੈ ਹੁਣ। ਹਾਂ, ਸ਼ਾਇਦ ਜੇ ਅਸੀਂ 2 ਦਸ਼ਕ ਪਹਿਲਾਂ ਇਸ ਚੀਜ਼ ਦੀ ਗੱਲ ਕਰਦੇ ਤਾਂ ਇਹਦਾ ਜਿਹੜੇ ਸਰਜਰੀ ਸੀ, ਇਸ ਨੂੰ ਇੱਕ ਸੋਚਿਆ ਜਾਂਦਾ ਸੀ ਕਿ ਇਟਸ ਐਕਸਟਰਾ ਮੇਜਰ ਸਰਜਰੀ, ਹਸਪੀਟਲਾਈਜੇਸ਼ਨ ਬਹੁਤ ਲੰਬੀ ਸੀ, ਸਟੇ ਬਹੁਤ ਲੰਬਾ ਸੀ, ਫਿਜ਼ੀਓਥੈਰੇਪੀ, ਰੀਹੈਬਲੀਟੇਸ਼ਨ ਤੋਂ ਬਾਅਦ ਪੇਸ਼ੈਂਟ ਜਿਹੜਾ ਬੈਕ ਟੂ ਨੋਰਮਲ ਲਾਈਫ 2 ਤੋਂ 3 ਮਹੀਨੇ ਲੱਗ ਜਾਂਦੇ ਸੀ ਕਿ ਮੈਨੂੰ 3 ਮਹੀਨੇ ਜਾਂ 2 ਮਹੀਨੇ ਜਾਂ 6 ਮਹੀਨੇ ਲੱਗ ਜਾਣਗੇ, ਵਾਪਸ ਮੈਂ ਨੋਰਮਲ ਲਾਈਫ 'ਤੇ ਆਵਾਂਗਾ। ਬਟ ਹੁਣ ਵਿਦ ਟਾਈਮ ਇਹਦੇ ਵਿੱਚ ਇੰਨੀ ਐਡਵਾਂਸਮੈਂਟ ਆ ਗਈ ਹੈ ਸਰਜਰੀ ਦੇ ਵਿੱਚ ਕਿ ਅਸੀਂ ਅੱਜ ਦੀ ਡੇਟ 'ਤੇ ਜਦ ਸਰਜਰੀ ਪਰਫੋਰਮ ਕਰਦੇ ਹਾਂ ਅਤੇ ਅਸੀਂ ਘੰਟਿਆਂ 'ਚ ਗੱਲ ਕਰਦੇ, ਨਾ ਕਿ ਦਿਨਾਂ ਵਿੱਚ, ਕਿ ਅਸੀਂ ਪੇਸ਼ੈਂਟ ਨੂੰ 8 ਘੰਟੇ ਬਾਅਦ ਅਸੀਂ ਬਿਠਾ ਦਿੱਤਾ, 12 ਘੰਟੇ ਬਾਅਦ ਪੇਸ਼ੈਂਟ ਨੂੰ ਅਸੀਂ ਵਾਕ ਕਰਾਤਾ, ਨੈਕਸਟ ਡੇ ਪੇਸ਼ੈਂਟ ਆਪਣੇ ਰੂਮ 'ਚ ਚਲੇ ਜਾਂਦਾ ਹੈ, ਔਰ 48 ਆਵਰਸ ਤੋਂ ਬਾਅਦ ਪੇਸ਼ੈਂਟ ਦੀ ਕੰਡੀਸ਼ਨ ਜੇ ਪਰਮਿਟ ਕਰਦੀ ਹੈ ਤਾਂ ਅਸੀਂ ਡਿਸਚਾਰਜ ਵੀ ਕਰ ਦਿੰਦੇ ਹਾਂ। ਸੋ 48 ਘੰਟੇ 72 ਘੰਟੇ ਦੇ ਪੇਸ਼ੈਂਟ ਆਪਣਾ ਘਰ ਚਲੇ ਜਾਂਦਾ ਔਰ ਆਪਣਾ ਨੋਰਮਲ ਡੇ ਟੂ ਡੇ ਘਰ ਦੇ ਵਿੱਚ ਜੋ ਵੀ ਰੋਜ਼ਮर्रा ਦੀ ਜ਼ਿੰਦਗੀ 'ਚ ਉਹ ਕੰਮ ਕਰਨਾ ਉਹ ਕਰ ਸਕਦਾ ਹੈ। ਸੋ ਇਹ ਸਰਜਰੀ ਹੁਣ ਬਹੁਤ ਜ਼ਿਆਦਾ ਉਹ ਇੱਕ ਡਰਨ ਵਾਲੀ ਸਰਜਰੀ ਨਹੀਂ ਰਹੀ, ਇੱਕ ਬੜੀ ਨਾਰਮਲ ਜੀ ਸਰਜਰੀ ਬਣ ਚੁੱਕੀ ਹੈ। ਸਵੇਰੇ ਪੇਸ਼ੈਂਟ ਅਰਲੀ ਮਾਰਨਿੰਗ ਐਡਮਿਟ ਹੁੰਦਾ ਹੈ, ਦੁਪਹਿਰ ਤੱਕ ਪੇਸ਼ੈਂਟ ਦੀ ਬਾਏ ਟੈਸਟ ਉਹਦੇ ਹੋ ਜਾਣ 'ਤੇ ਸਰਜਰੀ ਹੋ ਜਾਂਦੀ ਹੈ, ਔਰ ਨੈਕਸਟ ਡੇ ਪੇਸ਼ੈਂਟ ਉਹ ਆਪਣਾ ਵਾਕ ਕਰ ਰਿਹਾ ਹੁੰਦਾ ਹੈ। ਔਰ ਇਹਦੇ ਵਿੱਚ ਅਸੀਂ ਜਿਹੜੀ ਹੁਣ ਅੱਜ ਦੀ ਡੇਟ 'ਤੇ ਸਰਜਰੀ ਕਰ ਰਹੇ ਹਾਂ ਉਹ ਪੇਨਲੈਸ ਸਰਜਰੀ ਹੈ, ਸਟਿਚਲੈਸ ਸਰਜਰੀ ਹੈ, ਔਰ ਇਹਦੇ ਵਿੱਚ ਕੋਈ ਬਲੱਡ ਦੀ ਵੀ ਜ਼ਰੂਰਤ ਨਹੀਂ ਪੈਂਦੀ, ਅਤੇ ਬੜੀ ਇੱਕ ਨਾਰਮਲ ਜੀ ਸਰਜਰੀ ਹੈ ਹੁਣ। ਇੱਥੇ ਤੁਸੀਂ ਜ਼ਿਕਰ ਕੀਤਾ ਸਟਿਚਲੈਸ ਦਾ, ਅਤੇ ਮੈਂ ਜਾਣਨਾ ਚਾਹਾਂਗਾ ਸਟਿਚਲੈਸ ਦਾ ਜੋ ਅਸੀਂ ਜੇ ਲਿਟਰਲ ਮੀਨਿੰਗ ਵੇਖੀਏ ਤਾਂ ਬਿਨਾਂ ਟਾਂਕਿਆਂ ਤੋਂ, ਅਤੇ ਵਾਕਈ ਸਟਿਚਸ ਨਹੀਂ ਲੱਗਦੇ ਕਿ? ਦੇਖੋ ਜੀ, ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਟ ਇਜ਼ ਸਟਿਚਲੈਸ ਬਟ ਇਟ ਇਜ਼ ਨਾਟ ਇਨਸੀਜਨਲੈਸ। ਆਪਾਂ ਜੇ ਕਹਿੰਦੇ ਕਿ ਇਹਦੇ 'ਚ ਸਾਨੂੰ ਇਨਸੀਜਨ ਹੀ ਨਹੀਂ ਦੇਣਾ ਪੈਂਦਾ ਜਾਂ ਅਸੀਂ ਕੋਈ ਇਹਦੇ 'ਚ ਚੀਰਾ ਹੀ ਨਹੀਂ ਦਿੰਦੇ, ਅਤੇ ਅਸੀਂ ਇਹਦੇ 'ਚ ਇੰਪਲਾਂਟ ਕਿਸ ਤਰ੍ਹਾਂ ਪਾਵਾਂਗੇ? ਸੋ ਚੀਰਾ ਤਾਂ ਦੇਣਾ ਹੀ ਪੈਂਦਾ ਹੈ, ਵੀ ਹੈਵ ਟੂ ਗਿਵ ਐਨ ਇਨਸੀਜਨ, ਬਟ ਉਹ ਇਨਸੀਜਨ ਕਾਫੀ ਛੋਟਾ ਹੁੰਦਾ ਅੱਜ ਪਹਿਲਾਂ ਦੇ ਟਾਈਮ ਨਾਲੋਂ। ਜਿਹੜੀ ਇਹ ਮਿਨੀ ਇਨਸੀਜਨ ਸਰਜਰੀ ਬਣ ਚੁੱਕੀ ਹੈ, ਛੋਟੇ ਜਿਹੇ ਇਨਸੀਜਨ ਤੋਂ ਜਿੰਨਾ ਕੁ ਮਿਨੀਮਲ ਰਿਕੁਆਇਰਡ ਹੁੰਦਾ ਹੈ ਇੱਕ ਇੰਪਲਾਂਟ ਨੂੰ ਅਸੀਂ ਫਿੱਟ ਕਰਨ ਵਾਸਤੇ, ਉਹਨਾਂ ਇਨਸੀਜਨ ਅਸੀਂ ਦਿੰਦੇ ਹਾਂ। ਪਰ ਜਿਹੜੇ ਇਹਦੇ ਸਟਿਚਸ ਲੱਗਦੇ ਹਨ ਉਹ ਡੈਫੀਨੇਟਲੀ ਲੱਗਦੇ ਹਨ, ਪਰ ਉਹ ਅੰਦਰ ਇੰਟਰਨਲ ਸਟਿਚਸ ਹੁੰਦੇ ਹਨ। ਜਿਹੜੇ ਇੰਟਰਨਲ ਸਟਿਚ ਹੁੰਦੇ ਹਨ, ਸਕਿਨ 'ਤੇ ਸਾਨੂੰ ਕੋਈ ਸਟਿਚ ਨਜ਼ਰ ਨਹੀਂ ਆਉਂਦਾ, we don't see any stitch on the skin, there is just one line on your skin, so that is why it is called stitchless, but actually it is not incisionless, it is with incision but the skin stitches are not there. ਹਿਪ ਰਿਪਲੇਸਮੈਂਟ ਦੀ ਜੇ ਲੋੜ ਕਿਸੇ ਨੂੰ ਪੈਂਦੀ ਹੈ ਤੇ ਉਸ ਮੁਤਲਕ ਕੀ ਆਪਸ਼ਨਸ ਅਵੇਲੇਬਲ ਨੇ?
ਦੇਖੋ ਜੇ ਆਪਾਂ ਜੁਆਇੰਟ ਰਿਪਲੇਸਮੈਂਟ ਦੀ ਗੱਲ ਕਰੀਏ ਤੇ ਜੁਆਇੰਟ ਮਤਲਬ ਐਨੀ ਜੁਆਇੰਟ, ਪਰ ਜ਼ਿਆਦਾਤਰ ਗੱਲ ਨੀ ਰਿਪਲੇਸਮੈਂਟ ਦੀ ਇਸ ਲਈ ਹੁੰਦੀ ਹੈ ਕਿਉਂਕਿ ਜਿਹੜਾ ਨੀ ਜੁਆਇੰਟ ਹੈ that is most commonly replaced joint in this part of the country or in this part of the world I would say. ਬਟ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਜੁਆਇੰਟਸ ਹੈ ਜਿਨ੍ਹਾਂ ਨੂੰ ਰਿਪਲੇਸ ਕਰਨ ਦੀ ਸਾਨੂੰ ਲਾਈਫ ਦੇ ਵਿੱਚ ਜ਼ਰੂਰਤ ਪੈ ਜਾਂਦੀ ਹੈ, ਜਿਵੇਂ ਕਿ ਹਿਪ ਜੁਆਇੰਟ, ਸ਼ੋਲਡਰ ਜੁਆਇੰਟ ਐਂਡ ਈਵਨ ਐਲਬੋ ਜੁਆਇੰਟ। ਸੈਕਿੰਡ ਮੋਸਟ ਕਾਮਨ ਜੁਆਇੰਟ ਵਿੱਚ ਵੀ ਰਿਪਲੇਸ ਜਾਂ ਅਸੀਂ ਜਿਹਦਾ ਅਸੀਂ ਸਰਜਰੀ ਕਰਦੇ ਹਾਂ ਇਜ਼ ਹਿਪ ਜੁਆਇੰਟ। ਹਿਪ ਜੁਆਇੰਟ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹਨ, ਬਹੁਤ ਸਾਰੀਆਂ ਬਿਮਾਰੀਆਂ ਹਨ ਜਿਹਦੇ ਕਰਕੇ ਹਿਪਸ ਜਿਹੜੇ ਉਹ ਖਰਾਬ ਹੋ ਜਾਂਦੇ ਹਨ। ਉਹ ਯੰਗ ਏਜ ਵਿੱਚ ਵੀ ਹੋ ਸਕਦੇ ਹਨ ਅਤੇ ਬਜ਼ੁਰਗਾਂ ਵਿੱਚ ਵੀ ਹੋ ਸਕਦੇ ਹਨ। ਅਤੇ ਜੇ ਉਹ ਹਿਪ ਜੁਆਇੰਟ ਖਰਾਬ ਹੋ ਜਾਂਦਾ ਤਾਂ ਸਿਮਿਲਰਲੀ ਅਸੀਂ ਹਿਪ ਜੁਆਇੰਟ ਨੂੰ ਵੀ ਰਿਪਲੇਸ ਕਰ ਦਿੰਦੇ ਹਾਂ। ਪਰ ਦੈਟਸ ਇੱਕ ਸਰਜਰੀ, ਉਹਦਾ ਆਪਣਾ ਇੱਕ ਡਿਫਰੈਂਟ ਰੋਲ ਹੈ, ਇੱਕ ਡਿਫਰੈਂਟ ਟੈਕਨੀਕ ਹੈ ਔਰ ਨੀ ਨਾਲੋਂ ਡਿਫਰੈਂਟ ਹੈ। ਇਸ ਤੋਂ ਇਲਾਵਾ ਸ਼ੋਲਡਰ ਜੁਆਇੰਟ ਜਿਹੜਾ ਹੈ ਉਹ ਵੀ ਰਿਪਲੇਸ ਹੋ ਜਾਂਦਾ ਹੈ, ਪਰ ਉਹ ਥੋੜ੍ਹੇ ਘੱਟ ਲੋਕ ਕਰਵਾਉਂਦੇ ਹਨ ਬਿਕੋਜ਼ ਸ਼ੋਲਡਰ ਜੁਆਇੰਟ ਜਿਹੜਾ ਹੈ ਉਹ ਵੇਟ ਬੇਅਰਿੰਗ ਜੁਆਇੰਟ ਨਹੀਂ ਹੁੰਦਾ ਹੈ। ਸਾਡਾ ਵਜ਼ਨ ਨਹੀਂ ਆਉਣਾ, ਸਿਰਫ ਸਾਡੀ ਜਿਹੜੀ ਬਾਂਹ ਨੇ ਚੱਲਣਾ ਹੁੰਦਾ ਹੈ। ਵੇਅਰ ਐਜ਼ ਹਿਪ ਔਰ ਨੀ ਸਾਡੇ ਵੇਟ ਬੇਅਰਿੰਗ ਜੁਆਇੰਟ ਹੈ। ਵੇਟ ਬੇਅਰਿੰਗ ਦਾ ਮਤਲਬ ਸਾਡਾ ਜਿਹੜਾ ਵਜ਼ਨ ਉਹਨਾਂ 'ਤੇ ਆਉਣਾ ਹੈ, ਅਤੇ ਜੇ ਉਹ ਖਰਾਬ ਹੈ ਤਾਂ ਸਾਡਾ ਵਜ਼ਨ ਨਹੀਂ ਆਏਗਾ ਅਤੇ ਸਾਡੀ ਜਿਹੜੀ ਮੋਬਿਲਿਟੀ ਹੈ ਉਹ ਖਤਮ ਹੋ ਜਾਏਗੀ। ਬਹੁਤ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਡਾਕਟਰ ਸਾਹਿਬ ਦੇ ਰਹੇ ਹੋ, ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਜੋ ਡਾਊਟਸ ਹੋਣਗੇ ਉਹ ਕਾਫੀ ਹੱਦ ਤੱਕ ਕਲੀਅਰ ਹੋ ਰਹੇ ਨੇ। ਤੇ ਇੱਥੇ ਡਾਕਟਰ ਅੰਕੁਸ਼ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਵੈਸੇ ਤਾਂ ਤੁਸੀਂ ਕਿਹਾ ਕਿ ਸਪੋਰਟਸ ਮੈਡੀਸਨ ਜਿਹੜੀ ਉਹ ਕਾਫੀ ਹੱਦ ਤੱਕ ਜੋ ਪ੍ਰੋਬਲਮ ਹੈ ਉਹਦਾ ਇਲਾਜ ਕਰ ਦਿੰਦੀ ਹੈ, ਪਰ ਜੇ ਕਿਸੇ ਸਪੋਰਟਸ ਪਰਸਨ ਨੂੰ ਜਾਂ ਕਿਸੇ ਨੂੰ ਵੀ ਸਪੋਰਟਸ ਇੰਜਰੀ ਹੋ ਗਈ ਹੈ ਤੇ ਉਸ ਦੇ ट्रीटमेंट ਨੂੰ ਲੈ ਕੇ ਕਿਹੜੀ ऑप्शंस अवेलेबल ने? देखिए, जो स्पोर्ट्स में अगर आपकी इंजरी हो जाती है तो उसमें हम क्या करते हैं, एक 3 से 5 mm का स्कोप, जिसे आम भाषा में दूरबीन कहा जा सकता है, उन्हों आप यूज़ करके उसको जॉइंट के अंदर जो भी डैमेज स्ट्रक्चर है हम उसको या तो रिपेयर कर सकते हैं या हम उसको नया बना सकते हैं। जैसे कि घुटने में काफ़ी कॉमन इंजरी है ACL, जो कि फुटबॉल प्लेयर्स में, कबड्डी प्लेयर्स में काफ़ी आमतौर पर देखी जाती है। उसमें हम मरीज़ का वो जो लिगामेंट है उसको नया बना सकते हैं, और नया बनाने के बाद मरीज़ अगले दिन से नॉर्मल अपना चल सकता है और लगभग 2 महीने के एंड में पेशेंट अपना गेम ਦੇ ਵਿੱਚ वापस जा सकता है। तो जो सर्जरी है ये काफ़ी सक्सेसफुल है पेशेंट को अपनी फील्ड में, अपनी स्पोर्ट्स में रिटर्न कराने में। ਬਿਲਕੁਲ। ਤੇ ਡਾਕਟਰ ਸਾਹਿਬ ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕੁਝ ਬੇਸਿਕ ਅਜਿਹੇ ਟਿਪਸ ਜਿਸ ਦਾ ਧਿਆਨ ਜੋ ਹੈ ਉਹ ਹਰ ਯੰਗਸਟਰ ਹੋਵੇ ਜਾਂ ਉਮਰ ਦਰਾਜ਼ ਹੋਵੇ ਉਹ ਰੱਖੇ, ਤਾਂ ਕਿ ਉਹਨੂੰ ਇਹ ਜੁਆਇੰਟਸ ਦੀ, ਹੱਡੀਆਂ ਦੀ ਪ੍ਰੋਬਲਮ ਜੋ ਹੈ ਉਹ ਨਾ ਆਵੇ। ਉਹ ਬੇਸਿਕ ਟਿਪਸ ਕੀ ਹੈ? ਦੇਖੋ, ਬੇਸਿਕ ਟਿਪਸ ਤਾਂ ਇਸ ਤਰ੍ਹਾਂ ਹੈ ਕਿ ਬੰਦੇ ਨੂੰ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ। ਆਪਾਂ ਇਨਸਾਨ ਜਿਹੜਾ ਲਾਈਫ ਦਾ ਜਿਹੜਾ ਮੋਟੋ ਹੈ ਸਾਡਾ, ਅਸੀਂ ਸਾਰੇ ਕੰਮ ਕਰਦੇ ਹਾਂ, ਦੁਨੀਆ ਦੇ ਕੰਮ 'ਤੇ ਜਾਂਦੇ ਹਾਂ, ਫੈਮਿਲੀ ਲਾਈਫ ਹੁੰਦੀ ਹੈ, ਫੈਮਿਲੀ ਲਾਈਫ ਜੀਂਦੇ ਹਾਂ, ਯੂ ਅਰਨ ਮਨੀ, ਯੂ ਗੋ ਟੂ ਜੋਬ, ਬਟ ਆਪਾਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ। ਮੇਰੀ ਸਿਰਫ ਇੱਕ ਇਹੀ ਹੈਲਥ ਟਿਪ ਹੈ ਸਾਰਿਆਂ ਨੂੰ ਕਿ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖੀਏ, ਫਿੱਟ ਰੱਖੀਏ। ਫਿੱਟ ਕਿਸ ਤਰ੍ਹਾਂ ਰੱਖੀਏ? ਆਪਾਂ ਇੱਕ ਹੈਲਦੀ ਡਾਈਟ ਲਈਏ, ਆਪਣੇ ਸਰੀਰ ਨੂੰ ਡੇਲੀ 1 ਘੰਟਾ ਜ਼ਰੂਰ ਦਈਏ in the terms of exercise, any kind of exercise, either walk or a supervised gym. If ਜੇ ਤੁਸੀਂ gym join ਕਰਦੇ ਹੋ ਤਾਂ you should have your under supervision, because if you are new to the gym you are very much prone to the injuries and you are back to your orthopedic surgeon. ਜਾਂ ਅਸੀਂ ਨੋਰਮਲ ਐਕਸਰਸਾਈਜ਼ ਘਰ ਕਰ ਸਕਦੇ ਹਾਂ, ਯੋਗਾ ਕਰ ਸਕਦੇ ਹਾਂ। ਦੇਰ ਆਰ ਕਿੰਨੀਆਂ ਤਰ੍ਹਾਂ ਦੀਆਂ ਐਕਸਰਸਾਈਜ਼ਸ ਹੈ ਜੋ ਇੱਕ ਇਨਸਾਨ ਕਰ ਸਕਦਾ ਹੈ, ਔਰ ਆਈ ਥਿੰਕ ਹਰ ਇਨਸਾਨ ਨੂੰ ਥੋੜ੍ਹਾ ਜਿਹਾ ਸਮਾਂ ਆਪਣਾ ਜਿਹੜਾ ਹੈ ਆਪਣੇ ਐਵਰੀ ਡੇ 1 ਘੰਟਾ ਆਪਣੇ ਸਰੀਰ ਨੂੰ ਦੇਣਾ ਬਹੁਤ ਜ਼ਰੂਰੀ ਹੈ। ਜੇ ਉਹ ਇਨਸਾਨ ਚੰਗੀ ਡਾਈਟ ਲੈਂਦਾ ਹੈ ਔਰ ਅੱਛੀ ਐਕਸਰਸਾਈਜ਼ ਕਰਦਾ ਹੈ, ਮੈਨੂੰ ਨਹੀਂ ਲੱਗਦਾ ਕਿ ਜਿਹੜੇ ਪ੍ਰੋਬਲਮਸ ਜਿਹੜੀਆਂ ਆਰਥੋਪੈਡਿਕ, ਸਪੈਸ਼ਲੀ ਆਰਥੋਪੈਡਿਕ ਪ੍ਰੋਬਲਮਸ ਹੈ ਡਿਵੈਲਪ ਹੁੰਦੀਆਂ ਨੇ, ਉਹ ਨਹੀਂ ਹੋਣਗੀਆਂ ਡਿਵੈਲਪ, ਔਰ ਇਹ ਸਰਜਰੀਜ਼ ਦੀ ਜ਼ਰੂਰਤ ਵੀ ਜਿਹੜੀ ਹੈ ਲੋਕਾਂ 'ਚ ਬਹੁਤ ਘੱਟ ਜਾਏਗੀ। ਫਿਲਹਾਲ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਆਪਣਾ ਤੇ ਆਪਣਿਆਂ ਦਾ ਧਿਆਨ ਰੱਖੋ। ਆਪ ਆਪਣੇ ਡਾਕਟਰ ਨਹੀਂ ਬਣਨਾ, ਸਹੀ ਸਮੇਂ 'ਤੇ ਸਹੀ ਡਾਕਟਰ ਕੋਲ ਜਾ ਕੇ ਤੁਸੀਂ ਆਪਣਾ ਇਲਾਜ ਜ਼ਰੂਰ ਕਰਵਾਉਣਾ ਹੈ ਜੇ ਤੁਹਾਨੂੰ ਲੋੜ ਪੈਂਦੀ ਹੈ। ਤੇ ਫਿਲਹਾਲ ਦਿਓ ਇਜਾਜ਼ਤ, ਤੇ ਵੇਖਣਾ ਭੁੱਲਿਓ ਨਾ ਐਤਵਾਰ ਸ਼ਾਮੀ 5 ਵਜੇ PTC ਨਿਊਜ਼ ਤੇ ਡਾਕਟਰ ਸਪੀਕ। ਰੱਬ ਰੱਖਾ।